ਨੇਰੇ ਝੂਠ ਦੇ ਰਾਜੇ ਕੋਲ, ਨੇਰੇ ਝੂਠ ਦੇ ਰਾਜੇ ਕੋਲ ਹੁੰਦੇ ਨੇ ਬੜੇ ਗਵਾਹ, ਤੇ ਸੱਚ ਬੋਲਦੇ ਬਾਗੀ ਜਿਉਂਦੇ ਨੇ ਬਸ ਜੁਗਨੂ ਜਿੰਨੀ ਜ਼ਿੰਦਗੀ। ਤੇ ਅੱਜ ਜਿਹੜੇ 800 ਤੋਂ ਵੱਧ ਜੁਗਨੂ ਆਪਣਾ ਸਾਰਾ ਆਪਾ ਵਾਰ ਗਏ ਹਨ। ਮੇਰੇ ਕੋਲ ਕਹਿਣ ਨੂੰ ਬਸ ਇੰਨੀ ਕੁ ਉਮੀਦ ਆ ਕਿ ਆਪਣਾ ਵਜੂਦ ਖਿਲਾਰ ਗਏ ਹਨ ਇਸ ਨੰਗ ਨੂੰ ਦਿਖਾਉਂਦਿਆਂ ਦਿਖਾਉਂਦੇ। ਸੰਘਰਸ਼ ਬਹੁਤ ਰੰਗ ਲੈ ਆਇਆ, ਪਰ ਕੀ ਇਹ ਕਾਫੀ ਹੈ? ਅੱਜ ਜਿਹਦਾ ਜਨਮ ਦਿਨ ਜਾਂ ਗੁਰਪੁਰਬ ਕੁੱਲ ਜਹਾਨ ਮਨਾ ਰਿਹਾ, ਉਹ ਕਲਾਧਾਰ ਮੈਨੂੰ ਹਰਦਮ ਆਖਦਾ ਸੱਚ ਕਹਿਣੋਂ ਨਹੀਂ ਝਿਜਕਣਾ। ਤੇ ਸੱਚ ਹੈ 800 ਤੋਂ ਵੱਧ ਸ਼ਹਾਦਤਾਂ। ਜਿਸ ਤਰੀਕੇ ਨਾਲ ਮੈਂ ਸੁਣ ਰਿਹਾ, ਮੈਨੂੰ ਇਹੀ ਸੁਣ ਰਿਹਾ ਕਿ ਪ੍ਰਧਾਨ ਮੰਤਰੀ ਕਹਿ ਰਿਹਾ ਜ਼ਖਮਾਂ ਦੀ ਗੱਲ ਨਾ ਕਰਿਓ, ਕੁਝ ਚਿਰ ਲਈ ਨਵੇਂ ਨਹੀਂ ਦਿੰਦੇ। ਕਿਵੇਂ ਭੁੱਲ ਜਾਈਏ? ਇਨਸਾਫ ਨੂੰ ਅਸੀਂ ਅੰਨਾ ਹੀ ਨਹੀਂ ਗੂੰਗਾ ਵੀ ਕਰ ਦੇਣਾ। ਮਨੁੱਖੀ ਅਧਿਕਾਰਾਂ ਦਾ ਬਲਾਤਕਾਰ ਕਰਨ ਵਾਲੇ ਉੱਥੇ ਹੀ ਬੈਠੇ ਹਨ ਤਖਤੀਆਂ ਤੇ, ਸਿਰਫ ਤੇ ਸਿਰਫ ਹੋਰ ਬਲਾਤਕਾਰ ਕਰਨ। ਕਾਨੂੰਨ ਵਾਪਸ ਹੋਏ ਨੇ, ਸਾਡੇ ਹਾਲਾਤ ਨਹੀਂ। ਅਸੀਂ ਤਾਂ ਅੱਜ ਵੀ 47 ਵਾਲੀ ਲੀਹ ਤੋਂ ਕਿਤੇ ਪਿੱਛੇ ਹੀ ਖੜ੍ਹੇ ਹਾਂ। 1947 'ਚ ਦੇਸ਼ ਆਜ਼ਾਦ ਹੋਇਆ ਸੀ, ਪੰਜਾਬ ਦੇ ਉੱਤੇ ਤਾਂ ਆਜ਼ਾਦੀ ਐਂ ਵੱਜੀ ਸੀ ਜਿਵੇਂ ਕੋਈ ਜ਼ਖਮ ਲੱਗ ਗਿਆ ਹੋਵੇ। ਪੈਲੀ ਦੀ ਤਾਂ ਗੱਲ ਛੱਡੋ, ਰਸੂਖ ਅਸਰ ਜਦਾਦ ਇਹ ਤਾਂ ਭੁੱਲ ਜਾਓ। ਮੇਰਾ ਦਾਦਾ ਯਤੀਮ ਹੋ ਗਿਆ ਸੀ ਅਤੇ ਉਹ ਇਕੱਲਾ ਨਹੀਂ ਸੀ। ਫਿਰ ਉਸ ਤੋਂ ਬਾਅਦ ਯਾਦ ਆਇਆ ਇੱਕੋਦਮ ਸ਼ਹੀਦਾਂ ਦੀ ਕੌਮ ਨੂੰ ਜਰਾਇਮ ਪੇਸ਼ਾ ਗਰਦਾਨ ਦਿੱਤਾ ਗਿਆ। ਉਹ ਡਾਕੂਮੈਂਟਸ ਬਾਹਰ ਨਹੀਂ ਆਉਣਗੇ। ਓਫੀਸ਼ੀਅਲ ਸੀਕ੍ਰੇਟਸ ਐਕਟ 1923 ਦੇ ਅੰਡਰ ਨੇ। ਬਹੁਤ ਲੋਕ ਨਹੀਂ ਜਾਣਦੇ ਕਿ ਉਸ ਵੇਲੇ ਸਰਦਾਰ ਕਪੂਰ ਸਿੰਘ ਜਿਹੜੇ ICS ਆਫਿਸਰ ਸੀ, ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਕਰਕੇ ਰਿਜ਼ਾਈਨ ਮਾਰਿਆ ਸੀ। ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਖੁੱਸਿਆ ਸੀ ਨਾ, ਤਾਂ ਗੁਲਾਬ ਸਿੰਘ ਡੋਗਰੇ ਵਰਗਿਆਂ ਨੇ ਦਲਾਲੀ ਕਰਕੇ ਕਸ਼ਮੀਰ ਖਰੀਦ ਲਿਆ ਸੀ। ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਤੁਸੀਂ ਕਹਿ ਰਹੇ ਹੋ ਇਸ ਵੇਲੇ ਪੋਲੀਟੀਕਲੀ ਫਾਇਦੇ ਲੈ ਰਹੇ ਨੇ। ਫੌਜਾਂ ਜਿੱਤ ਕੇ ਅੰਤ ਨੂੰ ਹਾਰ ਨਾ ਜਾਣ ਦੀ ਇੱਕ ਚੇਤਨਾ ਤੇ ਸਭ ਕੁਝ ਛੱਡ ਰਹੇ। ਇੱਕ ਵਾਰੀ ਜੇ ਠੋਕਰ ਲੱਗ ਜੇ ਹੋਵੀਂ ਨਾ ਗਮਗੀਨ ਜਿਹਾ, ਅਗਲੀ ਵਾਰੀ ਇਸ ਤੋਂ ਜ਼ਿਆਦਾ ਲੈ ਕੇ ਤੁਰੀ ਯਕੀਨ ਜਿਹਾ। ਯਕੀਨਾਂ ਦੇ ਮਹਾਕੁੰਭ ਦੀ ਜਿੱਤ ਹੋਈ, ਕਿਸਾਨਾਂ ਦੀ ਜਿੱਤ ਹੋਈ। ਇੰਨਾ ਯਕੀਨ ਸੀਗਾ ਕਿ ਲਿਖਣ ਵਾਲਿਆਂ ਨੇ ਲਿਖਿਆ, ਬੋਲਣ ਵਾਲਿਆਂ ਨੇ ਬੋਲਿਆ ਤੇ ਪਾਠ ਕਰਨ ਵਾਲਿਆਂ ਦੇ ਚਿਹਰੇ ਤੋਂ ਯਕੀਨ ਸਾਫ਼ ਝਲਕ ਰਿਹਾ ਸੀ। ਬਾਈ ਸਤਿ ਸ਼੍ਰੀ ਅਕਾਲ, ਅੱਖਰ 'ਤੇ ਸਵਾਗਤ। ਸਤਿ ਸ਼੍ਰੀ ਅਕਾਲ। ਤੁਹਾਡੇ ਕਵਿਤਾਵਾਂ 'ਚ ਵੀ ਬਹੁਤ ਯਕੀਨ ਸੀਗਾ। ਹਾਂਜੀ, ਤੁਸੀਂ ਯਕੀਨ ਆਖ ਰਹੇ ਹੋ ਤੇ ਯਕੀਨ ਨਾਂ ਦੇ ਇੱਕ ਕਵਿਤਾ ਲਿਖੀ ਸੀ, ਤੇ ਯਕੀਨ ਸੀ ਹੀ ਇੰਨਾ ਡੂੰਘਾ ਕਿ ਸਭ ਨਦੀਆਂ ਪਹਾੜ ਸਰ ਕਰ ਗਿਆ ਜਿਹੜੇ ਖੋਦੇ ਸੀ ਸਾਡੇ ਲਈ ਸੜਕਾਂ 'ਤੇ ਲਿਆ ਕੇ, ਕਿਉਂਕਿ ਲੀਗਲ ਰਾਬਤਾ ਸੀ ਅਤੇ ਉਹ ਚੀਜ਼ਾਂ ਦੇ ਹੂਬਹੂ ਹੋ ਰਹੇ ਸੀ। ਜਦੋਂ ਕਿਵੇਂ ਕਰੀਨਾ ਨਾਲ ਪੱਟਦਾ ਸੀ ਤੇ ਕੀ ਕੁਛ ਕਰ ਰਹੇ ਸੀ, ਟੀਅਰ ਸ਼ੈਲ ਛੱਡ ਰਹੇ ਸੀਗੇ। ਅਤੇ ਬਾਕੀ ਕਵਿਤਾ ਮੈਂ ਪੜ੍ਹ ਕੇ ਸੁਣਾਉਣਾ। ਮੈਨੂੰ ਅੱਜ ਦੇ ਰਾਜਨੀਤਿਕਾਂ ਵਾਂਗੂ ਆਪਦੇ ਕਈ ਵਾਰ ਵਾਅਦੇ ਜਿੱਦਾਂ ਉਹਨਾਂ ਨੂੰ ਯਾਦ ਨਹੀਂ ਰਹਿੰਦੇ, ਮੈਨੂੰ ਆਪਦੇ ਲਫ਼ਜ਼ ਯਾਦ ਨਹੀਂ ਰਹਿੰਦੇ। ਮੈਂ ਹੂਬਹੂ ਲਫ਼ਜ਼ ਸੁਣਾਉਣਾ ਤੁਹਾਨੂੰ। ਯਕੀਨ ਸੀ ਹੀ ਇੰਨਾ ਡੂੰਘਾ ਕਿ ਸਭ ਸਮੁੰਦਰ ਪਹਾੜ ਸਮਾ ਗਿਆ। ਕਦਮਾਂ ਦਾ ਉਹ ਕਾਫਲਾ ਇਕੱਲਾ ਥੋੜ੍ਹੇ ਧਰ ਰਿਹਾ ਸੀ। ਕਿੱਸਾ ਸੀ ਕਾਇਨਾਤ ਦਾ ਜੋ ਉਹਦੇ ਅੰਦਰ ਸਫ਼ਰ ਕਰ ਰਿਹਾ ਸੀ। ਕੁਝ ਹੈਰਾਨੀਆਂ ਪਾਲੀਆਂ ਸੀ, ਡੂੰਘੀਆਂ ਹੋ ਨਿਬੜੀਆਂ ਨੇ। ਮੈਂ ਸੁਣਿਆ ਕਾਦਰ ਕੁਦਰਤ ਨੂੰ ਅਕਸਰ ਪਲੋਸਦਾ ਰਹਿੰਦਾ। ਅੰਨਦਾਤਾ ਸਾਂ ਕਿਵੇਂ ਬਰਕਤ ਤੋਂ ਵਾਂਝਾ ਰਹਿ ਜਾਂਦਾ। ਅੰਨਦਾਤਾ ਸਾਂ ਕਿਵੇਂ ਬਰਕਤ ਤੋਂ ਵਾਂਝਾ ਰਹਿ ਜਾਂਦਾ। ਮੈਂ ਤਾਂ ਹਾਂ ਹੀ ਕਿਰਤੀ ਮੁਸ਼ੱਕਤ 'ਚ ਵਧੀਕੀਆਂ ਅਕਸਰ ਸਹਿ ਜਾਂਦਾ। ਫਿਰ ਜਦੋਂ ਆਪਾਂ ਇੱਥੇ ਕਿਤੇ ਪਹੁੰਚਦੇ ਹਾਂ, ਯਕੀਨ 'ਤੇ ਜਿੱਤ ਜਾਂਦੇ ਹਾਂ, ਅਤੇ ਇੱਥੇ ਜੇ ਆ ਕੇ ਨਾ ਜਦੋਂ ਆਪਾਂ ਕਿਤੇ ਜਿੱਤਦੇ ਹਾਂ ਅਤੇ ਇੱਕ ਦਰਦ ਮਹਿਸੂਸ ਹੁੰਦਾ। ਜਿਵੇਂ ਆਪਾਂ ਦੇਖਦੇ ਹੁੰਦੇ ਹਾਂ, ਤੁਸੀਂ ਦੇਖਿਆ ਹੋਣਾ, ਮੈਂ ਛੋਟੇ ਹੁੰਦਿਆਂ ਫਿਲਮ ਦੇਖਦਾ ਹੁੰਦਾ ਸੀ। ਉਹ ਬਾਰਡਰ ਫਿਲਮ ਸੀਗੀ। ਜੰਗ ਖਤਮ ਹੋ ਜਾਂਦੀ ਆ, ਉਹ ਤੋਂ ਬਾਅਦ ਗਾਣਾ ਲੱਗਦਾ ਮੇਰੇ ਦੁਸ਼ਮਣ ਮੇਰੇ ਭਾਈ ਮੇਰੇ ਹਮਸਾਏ। ਉੱਥੇ ਤਾਂ ਕਿਸੇ ਗੈਰ ਮੁਲਕ ਨਾਲ ਜੰਗ ਸੀਗੀ। ਫਿਰ ਯਾਦ ਆਉਂਦਾ ਉਹ ਵੇਲਾ ਵੀ ਕਿਵੇਂ ਆਪਣੇ ਹੀ ਲੋਕਾਂ ਦੇ ਉੱਤੇ ਟੀਅਰ ਗੈਸ ਸ਼ੈਲ ਛੱਡੇ ਗਏ, ਕਰੇਨਸ ਨਾਲ ਅਟੈਕ ਕੀਤਾ ਗਿਆ, ਲਾਠੀ ਚਾਰਜ ਕੀਤਾ ਗਿਆ, ਕਿੰਨੀਆਂ ਮੌਤਾਂ ਹੋ ਗਈਆਂ। ਫਿਰ ਯਾਦ ਆਉਂਦੇ ਨੇ ਉਹ 800+ ਜਿਹੜੇ ਉਸ ਵੇਲੇ ਸਟੇਟ ਸਪੋਂਸਰਡ ਕਤਲ ਕਹੂੰਗਾ ਮੈਂ ਤਾਂ, ਕਿਉਂਕਿ ਉਹ ਜੇ ਬੰਦੇ ਇੱਥੇ ਨਾ ਆਉਂਦੇ, ਜੇ ਸਟੇਟ ਇਹੋ ਜਿਹੇ ਹਾਲਾਤ ਹੀ ਪੈਦਾ ਨਾ ਕਰਦੀ, ਤਾਂ ਇਹ ਬੰਦੇ ਜੀਂਦੇ ਹੁੰਦੇ ਅੱਜ। ਅਤੇ ਉੱਥੇ ਕਿਤੇ ਨਾ ਫਿਰ ਜਦੋਂ ਮਾਫੀ ਵੀ ਮੰਗੀ ਜਾਂਦੀ ਹੈ PM ਤੋਂ, ਅਤੇ ਉਹ ਮਾਫੀ ਨਹੀਂ ਲੱਗਦੀ, ਕਿਉਂਕਿ ਉਹਦੇ ਵਿੱਚ ਉਹ ਕਤਲਾਂ ਦਾ ਜ਼ਿਕਰ ਨਹੀਂ। ਅਤੇ ਅਗਲੀ ਯਕੀਨ ਦੀ ਕਵਿਤਾ ਦੀ ਲਾਈਨ ਉੱਥੇ ਆ, ਨੇਰੇ ਝੂਠ ਦੇ ਰਾਜੇ ਕੋਲ, ਨੇਰੇ ਝੂਠ ਦੇ ਰਾਜੇ ਕੋਲ ਹੁੰਦੇ ਨੇ ਬੜੇ ਗਵਾਹ, ਤੇ ਸੱਚ ਬੋਲਦੇ ਬਾਗੀ
ਜਿਉਂਦੇ ਨੇ ਬਸ ਜੁਗਨੂ ਜਿੰਨੀ ਜ਼ਿੰਦਗੀ। ਤੇ ਅੱਜ ਜਿਹੜੇ 800 ਤੋਂ ਵੱਧ ਜੁਗਨੂ ਆਪਣਾ ਸਾਰਾ ਆਪਾ ਵਾਰ ਗਏ ਹਨ। ਮੇਰੇ ਕੋਲ ਕਹਿਣ ਨੂੰ ਬਸ ਇੰਨੀ ਕੁ ਉਮੀਦ ਆ ਕਿ ਆਪਣਾ ਵਜੂਦ ਖਿਲਾਰ ਗਏ ਹਨ ਇਸ ਨੰਗ ਨੂੰ ਦਿਖਾਉਂਦਿਆਂ ਇਸ ਹਨੇਰ ਦੀ ਨੰਗ ਨੂੰ ਦਿਖਾਉਂਦਿਆਂ। ਬਹੁਤ ਖੂਬਸੂਰਤ ਬਾਈ, ਬਹੁਤ ਸੋਹਣਾ ਲਿਖਿਆ। ਧੰਨਵਾਦ ਜੀ। ਤੂੰ ਧਰਮਾਂ 'ਚ ਵੰਡੀ ਪਾਈ ਦੁਨੀਆ, ਸੋਚੀ ਨਾ ਜਰ ਜਾਵਾਂਗੇ। ਤੂੰ ਅੱਗ ਵੇਖਣਾ ਚਾਹੁੰਦੀ ਆ, ਅਸੀਂ ਸਣੇ ਦਰਿਆ ਆਵਾਂਗੇ। ਪੰਜ ਆਬਾਂ ਦੇ ਜਾਇਆਂ ਨੇ ਅੱਗ ਨੂੰ ਐ ਮਚਾਇਆ, ਸਮੁੰਦਰਾਂ ਵਾਂਗੂ। ਬਿਲਕੁਲ ਅਸੀਂ ਸ਼ਾਂਤ ਕਰ ਰਹੇ ਸੀ, ਉੱਥੇ ਸਕੂਨ ਸੀ ਸਾਡੇ ਅੰਦਰ। ਅਕਸਰ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋਵੋਗੇ ਕਿ ਖੰਡੇ ਦੀ ਧਾਰ ਤੇ ਨੱਚਣ ਵਾਲੇ ਆ ਤੇ ਮੁੱਖ ਤੋਂ ਜੇ ਖੇੜਾ ਹੀ ਮੁੱਕ ਗਿਆ ਤੇ ਆਪਣੇ ਪਿਓ ਵਰਗੇ ਤਾਂ ਦੇਖਾਂਗੇ ਨਹੀਂ। ਤੇ ਆਪਣਾ ਹੱਕ ਮੰਗਣ ਲੱਗਿਆਂ ਵੀ ਇਤਿਹਾਸ ਯਾਦ ਰੱਖੂਗਾ ਕਿ ਇੱਕ ਅੰਨਦਾਤਾ ਆਪਣੇ ਅੰਨ ਦੀ ਜਿਹੜੀ ਸਰਕਾਰ ਨੇ ਇੱਕ ਤਰੀਕੇ ਦੀ ਇਕਨੋਮਿਕ ਰਾਈਟਸ ਜਿਹੜੀਆਂ ਖੋਲ੍ਹੀਆਂ ਸਾਡੀਆਂ ਸਾਰਾ ਕੁਝ, ਉਹਨਾਂ ਦੀ ਜਦੋਂ ਅਸੀਂ ਆਪਣੇ ਪ੍ਰੋਟੈਸਟ ਕਰ ਰਹੇ ਸੀ ਉਦੋਂ ਵੀ ਅਸੀਂ ਲੰਗਰ ਛਕਾ ਰਹੇ ਸੀ ਸ਼ਾਂਤਮਈ ਤਰੀਕੇ ਨਾਲ ਤੇ ਡਾਂਗਾਂ ਖਾ ਰਹੇ ਸੀਗੇ। ਉਹ ਵਾਲੇ ਪੁਲਿਸ ਵਾਲੇ ਵੀ ਉੱਥੇ ਲੰਗਰ ਛਕ ਰਹੇ ਸੀ। ਬਹੁਤ ਕੁਝ ਅਜਿਹਾ ਹੋਇਆ। ਫਿਰ ਉਸ ਤੋਂ ਬਾਅਦ ਕੋਵਿਡ ਦਾ ਦੌਰ ਆਇਆ, ਆਕਸੀਜਨ ਸਿਲੰਡਰਸ ਦੀ ਵਾਰੀ ਆਈ ਤੇ ਉਹ ਸਾਰੀ ਦੇ ਵਿੱਚ ਸਕੂਨ ਸੀ ਜਿਹੜਾ ਇੱਕ, ਕਿਉਂਕਿ ਕੁਝ ਗਲਤ ਤਾਂ ਕਰ ਨਹੀਂ ਰਹੇ ਸੀ, ਆਪਣੇ ਹੱਕਾਂ ਲਈ ਖੜੇ ਸੀ। ਬਿਲਕੁਲ ਸੰਘਰਸ਼ ਦੀ ਜਿੱਤ ਹੋਈ। ਜਿਹੜੇ 1 ਸਾਲ ਤੋਂ ਸ਼ਹੀਦੀਆਂ, ਉਹਨਾਂ ਸ਼ਹੀਦੀਆਂ ਨੂੰ ਜਿਹੜਾ ਉਹਨਾਂ ਦਾ ਸੁਪਨਾ ਸੀ ਉਹ ਪੂਰਾ ਹੋਇਆ। ਪਰ ਕਿਸਾਨਾਂ ਦੀ ਜਿੱਤ ਨੂੰ ਕਈ ਮੌਕਾ ਪ੍ਰਸਤ ਸਿਆਸੀ ਲਾਹਾ ਲੈਣ ਦੇ ਲਈ ਵੀ ਬਹੁਤ ਚਾਲਾਂ ਉਹੋ ਜਿਹੀਆਂ ਵਿਉਂਤਬੰਦੀਆਂ ਬਣ ਰਹੀਆਂ, ਖਬਰਾਂ ਤੁਹਾਡੇ ਤੱਕ ਵੀ ਪਹੁੰਚ ਰਹੀਆਂ। ਹਾਂਜੀ, ਪੋਲੀਟੀਕਲ ਨੈਗੋਸੀਏਸ਼ਨਸ ਜਾਰੀ ਨੇ, ਕ੍ਰੈਡਿਟਸ ਜਾਰੀ ਨੇ। ਬੇਸਿਕਲੀ ਜਿੱਤ ਤਾਂ ਉਸ ਮਾਂ ਦੀ ਆ ਸਭ ਤੋਂ ਪਹਿਲਾਂ, ਜਿਹੜੀ ਆਉਂਦੀ ਆ ਵੀ ਪੁੱਤ ਐ ਥੋੜੀ ਜਿੱਤ ਜੂਗਾ ਮੋਦੀ, ਜਿੱਤਦਾ ਤਾਂ ਨਹੀਂ। ਤੇ ਉੱਥੇ ਜਿਹੜੇ ਬਾਬੇ ਬੈਠੇ ਸੀਗੇ ਸਾਡੇ ਠੰਡ ਦੇ ਵਿੱਚ ਨਹੀਂ ਉੱਠੇ, ਜਿੱਤ ਤਾਂ ਉਹਨਾਂ ਦੀ ਹੈ ਨਾ ਜਿਹੜੇ ਉੱਠੇ ਨਹੀਂ। ਜਿੱਤ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਹੈ। ਇਹ ਤਾਂ ਪੋਲੀਟੀਕਲ ਨੈਗੋਸੀਏਸ਼ਨਸ ਨੇ, ਪੋਲੀਟੀਕਲ ਪਲੈਟਫਾਰਮਸ ਨੇ ਲੋਕਾਂ ਨੂੰ ਡੀਲੀਨੀਏਟ ਕਰਨ ਵਾਸਤੇ। ਹੁਣ ਦੇਖਿਆ ਜਾਵੇ ਜਦੋਂ ਅਸੀਂ ਬ੍ਰੌਡਰ ਪਿਕਚਰ 'ਤੇ ਦੇਖਦੇ ਹਾਂ, ਮਤਲਬ ਮੈਂ ਆਪਦੇ ਮਾਸਟਰਸ ਦੇ ਵਿੱਚ ਜਿਹੜਾ ਰਿਸਰਚ ਪੇਪਰ ਵੀ ਲਿਖਿਆ, ਮੈਂ ਕਿਰਸਾਨੀ ਦੇ ਦੁਖਾਂਤ 'ਤੇ ਹੀ ਲਿਖਿਆ ਤੇ ਉਹਦੇ ਵਿੱਚ ਅਸੀਂ ਦੇਖੀਏ ਤੇ ਇੱਕ ਹਿਊਮਨ ਰਾਈਟਸ ਦਾ ਐਂਗਲ ਛੱਡ ਕੇ ਜਿਹੜੇ ਬਾਕੀ ਦੇ ਐਂਗਲ ਨੇ ਉਹਦੇ ਉੱਤੇ ਤਾਂ ਕੋਈ IMF ਸਿੱਧਾ ਫੇਵਰ 'ਚ ਨਹੀਂ ਹੈਗਾ ਜੋ ਕੁਛ ਇੱਥੇ ਚੱਲ ਰਿਹਾ ਆ। ਤੇ ਆਪਾਂ ਜੇ ਦੇਸ਼ ਦੀ ਇਕੋਨਮੀ ਦੀ ਗੱਲ ਕਰੀਏ ਤੇ ਜਿਹੜੀ ਨੈਸ਼ਨਲ ਡਿਸਪੋਜ਼ੇਬਲ ਇਨਕਮ ਹੈ ਕਿੰਨੀ ਕੁ ਕੰਟਰੀ ਦੇ ਕੋਲ, ਤੇ ਅਸੀਂ ਤਾਂ ਆਲਰੇਡੀ ਇੱਥੇ ਇਨਇਕੁਆਲਿਟੀ ਜਿਹੜੀ ਆ ਵੱਧਦੀ ਜਾ ਰਹੀ ਆ। ਤੇ ਹੈਰਾਨੀ ਇਸ ਗੱਲ ਦੀ ਹੈ ਜੇ ਤੁਸੀਂ ਇਸ ਵਾਰ ਦਾ ਇਕਨੋਮਿਕ ਸਰਵੇ ਪੜ੍ਹੋ ਕਿ ਉਸ ਇਨਕਮ ਇਨਇਕੁਆਲਿਟੀ ਨੂੰ ਵੀ ਚੀਫ ਇਕੋਨੋਮਿਸਟ ਹੈ ਜਿਹੜਾ ਦੇਸ਼ ਦਾ ਉਹ ਜਸਟੀਫਾਈ ਕਰ ਰਿਹਾ। ਇਹ ਕਹਿ ਰਹੇ ਨੇ ਜੀ ਬੇਸਿਕਲੀ ਜਿਹੜਾ ਤਕੜਾ ਆ ਉਹਨੂੰ ਹੋਰ ਤਕੜਾ ਕਰ ਦਿੰਦੇ ਆ, ਉੱਥੋਂ ਅਸੀਂ ਲੀਵਰੇਜ ਲੈ ਜਾਾਂਗੇ ਜੇ ਤੁਸੀਂ ਇਕਨੋਮਿਕ ਟਰਮਸ ਦੇ ਵਿੱਚ ਦੇਖੋ। ਤੇ ਇਹਨਾਂ ਨੇ ਕਰਵਸ ਵੀ ਆਪਣੇ ਅਕੋਰਡਿੰਗਲੀ ਬਣਾ ਦਿੱਤੀਆਂ। ਇੱਕ ਚੈਪਟਰ ਇਹਨਾਂ ਨੇ ਸਪੈਸੀਫਿਕਲੀ ਕ੍ਰੈਡਿਟ ਰੇਟਿੰਗ ਏਜੰਸੀਜ਼ ਦੇ ਉੱਤੇ ਲਾ ਦਿੱਤਾ ਆ, ਕਿਉਂਕਿ ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ ਜਿਹੜੀਆਂ ਇੰਟਰਨੈਸ਼ਨਲ ਲੈਵਲ 'ਤੇ ਉਹ ਕ੍ਰਿਟੀਸਾਈਜ਼ ਕਰਦੀਆਂ ਨੇ ਇੰਡੀਆ ਨੂੰ। ਉਹ ਦੇਖਦੀਆਂ ਕਿ ਕੀ ਆ ਮਾਰਕੀਟ ਸਟੈਂਡਿੰਗ ਰੇਟ। ਹੁਣ ਅਸੀਂ ਬੈਂਕਿੰਗ ਸੈਕਟਰ ਦੇਖ ਲਈਏ, ਇੱਕ ਪੱਖੋਂ ਇੱਕ ਕਿਸਾਨ ਦਾ ਛੋਟਾ ਜਿਹਾ ਲੋਨ ਨਹੀਂ ਚੁਕਾਇਆ ਜਾਂਦਾ ਤੇ ਉਹ ਫਾਹਾ ਲੈ ਲੈਂਦਾ, ਤੇ ਉਹ ਜਿਹੜੇ ਬਾਹਰ ਬੈਠੇ ਨੇ ਤੇ ਉਹ ਫਿਰ ਸੱਜਣ ਨੇ ਨਾ, ਕਾਫੀ ਖਾਸ ਹੈ। ਹਾਂਜੀ ਬਿਲਕੁਲ ਸੱਜਣ ਨੇ, ਵੋਟਾਂ ਤਾਂ ਇਹਨਾਂ ਨੇ ਪਾਈਆਂ। ਹਾਂਜੀ ਵੋਟਾਂ ਇਹਨਾਂ ਨੇ ਪਾਈਆਂ ਸੀ, ਫਾਹੇ ਵੀ ਲੈਣਗੇ, ਸਲਫਾਸਾਂ ਵੀ ਆਹੀ ਪੀਣਗੇ। ਭਾਈ ਵੱਡਾ ਸੁਪਨਾ ਪੂਰਾ ਹੋਇਆ ਇੱਕ, ਲੋਕਾਂ ਦੇ ਜਿਹੜੇ ਨਿੱਜੀ ਸੁਪਨੇ ਬਹੁਤ ਕਤਲ ਹੋਏ। ਕਿਸੇ ਮਾਂ ਦਾ ਸੁਪਨਾ ਸੀ ਪੁੱਤ ਨੂੰ ਕਲਗੀ ਲਾਉਣ ਦਾ, ਕਿਸੇ ਦਾ ਸੁਪਨਾ ਸੀਗਾ ਕਿ ਬਾਪ ਦੇ ਹੁੰਦਿਆਂ ਆਪਣਾ ਮੇਰਾ ਬਾਪ ਮੇਰਾ ਵਿਆਹ ਦੇਖ ਕੇ ਜਾਵੇ। ਇਹੋ ਜਿਹੀਆਂ ਧੀਆਂ ਵੀ ਨੇ। ਦੇਖੋ ਮੈਂ ਸਟਾਰਟ ਕੀਤਾ ਸੀ ਸਾਰਾ ਕੁਝ ਹਿਊਮਨ ਰਾਈਟਸ ਤੋਂ, ਉਹ ਸਾਰਾ ਕੁਝ ਪੈਂਡਿੰਗ ਹੈ। ਤੇ ਜਿਸ ਦਿਨ ਫੈਸਲਾ ਆਇਆ ਇੱਕ ਖੁਸ਼ੀ ਸੀ, ਗੁਰਪੁਰਬ ਸੀਗਾ ਬਾਬੇ ਦਾ, ਬਟ ਬਾਬਾ ਹਰ ਵੇਲੇ ਕਹਿੰਦਾ ਔੜ ਕੇ ਸੱਚ ਰਹੀ। ਤੇ ਕੁਛ ਲਿਖਿਆ ਸੀ ਮੈਂ ਹੂ ਬਹੂ ਪੜ੍ਹਦਾ ਤੁਹਾਡੇ ਸਾਹਮਣੇ। ਮੇਰਾ ਥਾਟ ਸੀ ਕਿਉਂਕਿ ਬਥੇਰੇ ਜਰਨਲਿਸਟ ਦੇ ਕਾਲਸ ਆ ਰਹੀਆਂ ਸੀ, ਕਿਉਂਕਿ ਪਹਿਲੀ ਪਟੀਸ਼ਨ ਸੀ ਜਿਹੜੀ ਫਾਰਮਰਸ ਦੇ ਫੇਵਰ ਦੇ ਵਿੱਚ ਸੀਗੀ, ਉੱਥੇ ਬਿਠਾਉਣ ਵਾਸਤੇ ਪਾਈ ਗਈ ਸੀਗੀ, ਸਾਡੇ ਹੱਕਾਂ ਵਾਸਤੇ ਪਾਈ ਗਈ ਸੀਗੀ, ਜਿਹਦੇ ਵਿੱਚ ਹਰਿਆਣਾ ਪੁਲਿਸ ਦੀ ਜਿਹੜੀ ਬਰੂਟੈਲਿਟੀ ਆ ਉਹ ਸਾਫ਼ ਅਸੀਂ ਲਿਖਿਆ ਸੀ, ਰਿਲੀਫ ਮੰਗਿਆ ਸੀ। ਉਸ ਤੋਂ ਇਲਾਵਾ ਮੀਡੀਆ ਜਿਵੇਂ ਸ਼ੋਕੇਸ ਕਰ ਰਿਹਾ ਸੀਗਾ ਤੇ ਉਹਦੇ ਵਿੱਚ ਕੁਛ ਟਰਮੀਨੋਲੋਜੀਜ਼ ਵਰਤੀਆਂ ਸੀ ਉਹਨਾਂ ਦਿਨਾਂ ਦੇ ਵਿੱਚ। ਮੈਟੀਕੂਲਸ ਪਰਸੀਕਿਊਸ਼ਨ ਹੋ ਰਹੀ ਸੀਗੀ, ਜਿਹੜੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਵੈਂਡੇਟਾ ਪੋਲੀਟਿਕਸ ਹੋ ਰਹੀ ਸੀਗੀ, ਕਿਵੇਂ ਸਾਡੇ ਯੂਥ ਨੂੰ ਫਰੇਮ ਕੀਤਾ ਜਾ ਰਿਹਾ ਸੀਗਾ ਤੇ ਮਤਲਬ ਆਪਣਾ ਚੱਕ ਕੇ ਬਸ ਕਸਟਡੀ ਦੇ ਵਿੱਚ ਲੈ ਜਾਂਦੇ ਸੀਗੇ, ਕਿਵੇਂ ਜਲੀਲ ਕਰਦੇ ਸੀਗੇ।
ਤੇ ਇੱਕ ਈਵਨ ਪੀਐਮ ਜਿਹੜਾ ਹੁੰਦਾ ਹੈ ਜਿਹਨੂੰ ਨਿਊਟਰਲ ਫਿਗਰ ਹੋਣਾ ਚਾਹੀਦਾ ਹੈ, ਜਦੋਂ ਅੰਦੋਲਨ ਜੀਵੀ ਕਵੇ ਤੇ ਉਹ ਬੇਸਿਕਲੀ ਇੱਕ ਤਰੀਕੇ ਨਾਲ ਜੋ ਟਰਮੀਨੋਲੋਜੀ ਵਰਤੀ ਤੁਸੀਂ ਗੂਗਲ ਆਊਟ ਕਰੋਗੇ ਤੇ ਉਹਦਾ ਜਿਹੜਾ ਸੈਨੋਨਿਮਸ ਇੰਗਲਿਸ਼ ਟਰਮ ਨਿਕਲਦੀ ਆ ਪੈਰਾਸਾਈਟਸ ਨਿਕਲਦੀ ਆ। ਪੈਰਾਸਾਈਟਸ ਤਾਂ ਹੁੰਦੇ ਨੇ ਲਹੂ ਪੀਣ ਵਾਲੇ। ਹੁਣ ਸਮਝ ਇਹ ਨਹੀਂ ਆ ਰਿਹਾ ਕਿਸਾਨਾਂ ਦਾ ਲਹੂ ਇਹ ਲੋਕ ਪੀ ਰਹੇ ਸੀਗੇ ਜਿਹੜੇ ਸੜਕਾਂ ਤੇ ਆਪਦਾ ਲਹੂ ਪਿਆ ਰਹੇ ਸੀਗੇ, ਉਹ ਲਹੂ ਪੀ ਰਹੇ ਸੀਗੇ। ਇਹ ਸਵਾਲ ਅੱਜ ਵੀ ਖੜੇ ਨੇ। ਸੋ ਮੈਂ ਹੂਬਹੂ ਆਪਦੀ ਇੰਸਟਾ 'ਤੇ ਇੱਕ ਪੋਸਟ ਲਿਖੀ ਸੀਗੀ, ਮੈਂ ਹੂਬਹੂ ਉਹਦੇ ਵਰਡਸ ਹੀ ਪੜ੍ਹਨੇ ਪਸੰਦ ਕਰਾਂਗਾ ਕਿ ਕਿਉਂਕਿ ਸੁਰਤ ਹੁੰਦੀ ਹੈ ਕਈ ਵਾਰ ਕਿਤੇ ਜੁੜੀ ਹੁੰਦੀ ਆ, ਤੇ ਜਿਸ ਸੁਰਤ 'ਚ ਲਿਖੀ ਸੀਗੀ ਉਸੇ ਸੁਰਤ ਨੂੰ ਪੜ੍ਹ ਦੇਣਾ, ਕਿਉਂਕਿ ਬਾਰ-ਬਾਰ ਉਹੀ ਸੀ ਕਿ ਖੁਸ਼ੀ ਹੈ ਹਾਂ ਚਲੋ ਵੀ ਕੁਛ, ਬਟ ਇਹ ਕਾਫੀ ਨਹੀਂ ਹੈ। ਸੰਘਰਸ਼ ਬਹੁਤ ਰੰਗ ਲੈ ਆਇਆ, ਪਰ ਕੀ ਇਹ ਕਾਫੀ ਹੈ? ਅੱਜ ਜਿਹਦਾ ਜਨਮ ਦਿਨ ਜਾਂ ਗੁਰਪੁਰਬ ਕੁੱਲ ਜਹਾਨ ਮਨਾ ਰਿਹਾ, ਉਹ ਕਲਾਧਾਰ ਮੈਨੂੰ ਹਰਦਮ ਆਖਦਾ ਸੱਚ ਕਹਿਣੋਂ ਨਹੀਂ ਝਿਜਕਣਾ, ਤੇ ਸੱਚ ਹੈ 800 ਤੋਂ ਵੱਧ ਸ਼ਹਾਦਤਾਂ। ਤੇ ਜਿਸ ਤਰੀਕੇ ਨਾਲ ਮੈਂ ਸੁਣ ਰਿਹਾ, ਮੈਨੂੰ ਇਹੀ ਸੁਣ ਰਿਹਾ ਕਿ ਪ੍ਰਧਾਨ ਮੰਤਰੀ ਕਹਿ ਰਿਹਾ ਜ਼ਖਮਾਂ ਦੀ ਗੱਲ ਨਾ ਕਰਿਓ, ਹੁਣ ਕੁਝ ਚਿਰ ਲਈ ਨਵੇਂ ਨਹੀਂ ਦਿੰਦੇ, ਕਿਵੇਂ ਭੁੱਲ ਜਾਈਏ? ਇਨਸਾਫ ਨੂੰ ਅਸੀਂ ਅੰਗਨਾ ਹੀ ਨਹੀਂ ਗੂੰਗਾ ਵੀ ਕਰ ਦੇਣਾ ਹੈ। ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ, ਪਰ ਗਵਾਉਣ ਵਾਲੇ ਇੰਨਾ ਕੁ ਕੁਝ ਗਵਾ ਬੈਠੇ ਹਨ ਜੋ ਹੁਣ ਕਦੇ ਵਾਪਸ ਨਹੀਂ ਆਊਗਾ। ਮਨੁੱਖੀ ਅਧਿਕਾਰਾਂ ਦਾ ਬਲਾਤਕਾਰ ਕਰਨ ਵਾਲੇ ਉੱਥੇ ਹੀ ਬੈਠੇ ਹਨ ਤਖਤੀਆਂ ਤੇ ਸਿਰਫ ਹੋਰ ਬਲਾਤਕਾਰ ਕਰਨ ਨੂੰ। ਹੁਣੇ ਮੈਂ ਇੱਥੇ ਨਹੀਂ ਲਿਖਿਆ, ਬਟ ਅਜਿਹੇ ਜੇ ਤੁਸੀਂ ਨਾਮ ਜਾਣਨਾ ਚਾਹੁੰਦੇ ਹੋ ਤੇ ਮੇਰੇ ਕੋਲ ਬਹੁਤ ਨਾਮ ਨੇ, ਮੈਂ ਸੌਖੇ ਤੁਹਾਨੂੰ 4-5 ਦੇ ਦੇਣਾ, ਬਹੁਤਿਆਂ ਦੇ ਤਾਂ ਚੜ੍ਹੇ ਨਹੀਂ ਜਿਹੜੇ ਚੜ੍ਹ ਚੁੱਕੇ ਨੇ ਡਾਕੂਮੈਂਟਸ ਤੇ। ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਆਲ ਇੰਡੀਆ 16th ਰੈਂਕ ਹੋਲਡਰ IAS ਆਫਿਸਰ ਆਯੂਸ਼ ਸੇਨਾ, ਜਿਹੜਾ ਕਹਿ ਰਿਹਾ ਸਿਰ ਖੋਲ ਦੇਣਾ। ਤੇ ਤੁਸੀਂ ਦੇਖਿਆ ਹੀ ਉਹਦੇ ਉੱਤੇ ਕੀ ਐਕਸ਼ਨ ਹੋਇਆ, ਕੀ ਕੁਛ ਹੋਇਆ। ਤੇ ਇੱਦਾਂ ਦੀਆਂ ਪੁਰਾਣੀਆਂ ਐਗਜ਼ਾਮਪਲਸ ਵੀ ਹੈਗੀਆਂ ਸਾਡੇ ਕੋਲ ਵੀ ਇਹਨਾਂ ਨੂੰ ਗਲੋਰੀਫਾਈ ਕੀਤਾ ਜਾਂਦਾ। ਇੱਕ APS ਗਿੱਲ ਦੇ ਜਿਹੜੇ ਅੱਜ ਦੇ ਜੀਂਦੇ ਵਾਰਸ ਨੇ, ਇਹਨਾਂ ਨੂੰ ਗਲੋਰੀਫਾਈ ਕੀਤਾ ਜਾਂਦਾ। ਡਾਇਰੈਕਟ ਪਾਵਰਸ ਹੀ ਦਿੱਤੀਆਂ ਜਾਣਗੀਆਂ ਜਸਟ ਟੂ ਪਰਫਾਰਮ ਦਿਸ ਬੁਚਰੀ। ਤੇ ਮੈਂ ਲਿਖਿਆ ਕਿ ਉਸ ਅੰਦੋਲਨ 'ਚ ਸ਼ਹੀਦ ਹੋਏ ਜਵਾਨ ਪੁੱਤ ਦੀ ਮਾਂ ਹੁਣ ਸਿਰਫ ਯਾਦਾਂ 'ਚ ਹੀ ਆਪਣੇ ਪੁੱਤ ਦੇ ਕਲਗੀ ਲਾਊਗੀ। ਅਜੇ ਹੋਰ ਬਥੇਰੇ ਰੋਲ ਦਿੱਤੇ ਗਏ ਸੁਪਨੇ ਨੇ, ਕਿਹੜੇ ਮਾਂ ਦੀ, ਪੁੱਤ ਦੀ ਜਿਹਦਾ ਬਾਪ ਨਹੀਂ ਰਿਹਾ, ਭੈਣ ਦੀ, ਭਰਾ ਦੀ, ਬਥੇਰੇ ਰਿਸ਼ਤੇ ਨੇ, ਕਿਹਦਾ ਦਰਦ ਬਿਆਨ ਕਰ। ਕਾਨੂੰਨ ਵਾਪਸ ਹੋਏ ਨੇ, ਸਾਡੇ ਹਾਲਾਤ ਨਹੀਂ। ਅਸੀਂ ਤਾਂ ਅੱਜ ਵੀ 47 ਵਾਲੀ ਲੀਹ ਤੋਂ ਕਿਤੇ ਪਿੱਛੇ ਹੀ ਖੜ੍ਹੇ ਹਾਂ। 1947 'ਚ ਦੇਸ਼ ਆਜ਼ਾਦ ਹੋਇਆ ਸੀ, ਪੰਜਾਬ ਦੇ ਉੱਤੇ ਤਾਂ ਆਜ਼ਾਦੀ ਐਂ ਵੱਜੀ ਸੀ ਜਿਵੇਂ ਕੋਈ ਜ਼ਖਮ ਲੱਗ ਗਿਆ ਹੋਵੇ। ਪੈਲੀ ਦੀ ਤਾਂ ਗੱਲ ਛੱਡੋ, ਰਸੂਖ ਅਸਰ ਜਦਾਦ ਇਹ ਤਾਂ ਭੁੱਲ ਜਾਓ। ਮੇਰਾ ਦਾਦਾ ਯਤੀਮ ਹੋ ਗਿਆ ਸੀ ਤੇ ਉਹ ਇਕੱਲਾ ਨਹੀਂ ਸੀ। ਫਿਰ ਉਸ ਤੋਂ ਬਾਅਦ ਯਾਦ ਆਇਆ ਇੱਕੋਦਮ ਸ਼ਹੀਦਾਂ ਦੀ ਕੌਮ ਨੂੰ ਜਰਾਇਮ ਪੇਸ਼ਾ ਗਰਦਾਨ ਦਿੱਤਾ ਗਿਆ। ਉਹ ਡਾਕੂਮੈਂਟਸ ਬਾਹਰ ਨਹੀਂ ਆਉਣਗੇ, ਓਫੀਸ਼ੀਅਲ ਸੀਕ੍ਰੇਟਸ ਐਕਟ 1923 ਦੇ ਅੰਡਰ ਨੇ। ਬਹੁਤ ਲੋਕ ਨਹੀਂ ਜਾਣਦੇ ਕਿ ਉਸ ਵੇਲੇ ਸਰਦਾਰ ਕਪੂਰ ਸਿੰਘ ਜਿਹੜੇ ICS ਆਫਿਸਰ ਸੀ, ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਕਰਕੇ ਰਿਜ਼ਾਈਨ ਮਾਰਿਆ ਸੀ। ਉਹ ਚੀਜ਼ਾਂ ਬਾਹਰ ਨਹੀਂ ਆ ਸਕੀਆਂ ਅੱਜ ਤੱਕ, ਪਰ ਪੜ੍ਹਨ ਵਾਲੇ ਜਾਣ ਜਾਂਦੇ ਆ, ਕੁਛ ਨਾ ਕੁਛ ਰਾਹ ਛੱਡ ਗਏ ਸਾਡੇ ਲਈ ਉਹ ਯੁੱਗ ਨੂੰ। ਬਹੁਤਾ ਇਤਿਹਾਸ ਨਹੀਂ ਜਾਂਦਾ, ਅੱਜ ਦੀ ਗੱਲ ਕਰਦਾ। ਚਲੋ ਹੁਣ 26 ਜਨਵਰੀ ਨੂੰ ਜੱਗੀ ਵਾਂਗ ਕਈ ਵਿਦੋਸ਼ੀਆਂ ਦੀਆਂ ਦਸਤਾਰਾਂ ਰੋਲ ਦਿੱਤੀਆਂ ਗਈਆਂ। ਸਾਡਾ ਨਿਸ਼ਾਨ ਸਾਹਿਬ ਦੇਸ਼ ਦੀ ਸਰਹੱਦ ਦੀ ਰਾਖੀ ਕਰਨ ਵਾਲੀ ਕੁਛ ਹੋਰ ਸੀ ਤੇ ਸਾਡੇ ਹੱਕਾਂ ਦੀ ਰਾਖੀ ਕਰਨ ਵਾਲੀ ਕੁਝ ਹੋਰ। ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਇਸ ਕਦਰ ਜਲੀਲ ਕੀਤਾ ਗਿਆ ਕਿ ਮੈਂ 84 ਭੁੱਲ ਕੇ ਵੀ ਭੁੱਲ ਨਹੀਂ ਸਕਦਾ ਹੁਣ ਦੁਬਾਰਾ, ਕਿਉਂਕਿ ਅੱਜ ਵੀ ਵਧੀਕੀਆਂ ਜਾਰੀ ਨੇ। ਮੈਂ ਸੋਚਦਾ ਕਿ ਮੇਰੀ ਜ਼ੁਬਾਨ ਗੰਦੀ ਹੋਊਗੀ ਜਾਂ ਮੈਂ ਹੁਣ ਉਸ ਗੰਦ ਬਾਰੇ ਬੋਲਣਾ ਹੀ ਨਹੀਂ ਚਾਹੁੰਦਾ। ਮੈਂ ਜਿਸ ਗੰਦ ਦੀ ਗੱਲ ਕਰ ਰਿਹਾ, ਮੈਂ ਬੋਲੀਵੁੱਡ ਦੇ ਅਦਾਕਾਰਾਂ ਦੀ ਗੱਲ ਕਰ ਰਿਹਾ, ਜਿਹੜੀ ਕਹਿ ਰਹੀ ਹੈ ਕਿ ਤੁਸੀਂ ਜੁੱਤੀ ਥੱਲੇ ਰੱਖ ਦਿਓ, ਮਸਲ ਦਿਓ। ਸਿੱਧਾ ਜੇ ਤੁਸੀਂ ਸਿੰਪਲੀ ਕਹੋ ਤਾਂ ਐਥਨਿਕ ਕਲੀਨਜ਼ਿੰਗ ਕਰਨ ਦੀ, ਐਥਨਿਕ ਕਲੀਨਜ਼ਿੰਗ ਕਰਨ ਦੀ ਗੱਲ ਕਰ ਰਹੀ ਹੈ। ਉਹ ਜਸਟੀਫਾਈ ਕਰ ਰਹੀ ਹੈ ਉਸ 84 ਨੂੰ। ਤੇ ਮੈਂ ਲਿਖਿਆ ਸੀ ਫਿਰ ਕਿਉਂਕਿ ਅੱਜ ਵੀ ਵਧੀਕੀਆਂ ਜਾਰੀ ਨੇ ਤੇ ਹੈਰਾਨੀਆਂ ਅਜਿਹੇ ਬੰਦੇ ਪਦਮ ਸ਼੍ਰੀ ਅਵਾਰਡ ਲੈ ਰਹੇ ਨੇ, ਜਿਹੜਾ ਕਿ ਇੰਡੀਆ ਦੀ ਮੋਸਟ ਪ੍ਰੋਗਰੈਸਿਵ, ਤੁਸੀਂ ਜੇ ਕਿਸੇ ਚੀਜ਼ ਦੇ ਵਿੱਚ ਕੰਟਰੀਬਿਊਟ ਕੀਤਾ ਉੱਥੇ ਅਵਾਰਡ ਮਿਲਦਾ। ਤੇ ਇਹ ਚੀਜ਼ ਇੱਕ ਵਾਰੀ ਜਿਹੜੀਆਂ ਅਥਾਰਟੀਜ਼ ਅਵਾਰਡ ਦੇ ਰਹੀਆਂ ਉਹਨਾਂ ਦੇ ਕਿਰਦਾਰ 'ਤੇ ਵੀ ਕੁਐਸਚਨ ਮਾਰਕ ਰੇਜ਼ ਕਰਦੀ ਹੈ, ਜੋ ਵਾਪਸ ਨਹੀਂ ਲੈਣਗੇ ਅਵਾਰਡ। ਇਹ ਕੁਐਸਚਨ ਰੇਜ਼ ਕਰਦਾ ਕਿ ਇੱਕ ਪਾਸੇ ਤਾਂ ਤੁਸੀਂ ਮਾਫੀ ਮੰਗ ਰਹੇ ਹੋ, ਦੂਜੇ ਪਾਸੇ ਤੁਸੀਂ ਇਹ ਕੁਛ ਚੱਲ ਰਿਹਾ।
ਫਿਰ ਇੰਟੈਲੈਕਚੁਅਲਸ ਅਟੈਕ ਕਰ ਰਿਹਾ ਆਪਦੇ ਤਰੀਕੇ ਨਾਲ। ਉਹ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਪੰਜਾਬ ਦੇ ਵਿੱਚ ਕਹਿ ਰਿਹਾ ਕਿ ਸਿਰਫ ਇਹਦਾ ਭਲਾ ਹੋਇਆ, ਕਿ ਇਹ ਤਾਂ ਸੈਪਰੇਟਿਜ਼ਮ ਵੱਲ ਆ ਰਹੇ ਆ, ਇਹ ਤਾਂ ਉਸ ਏਜੰਡਾ ਨੂੰ ਸਟਰੋਂਗ ਕਰ ਰਹੇ ਆ। ਬੇਸਿਕਲੀ ਉਹਨਾਂ ਤੇ ਸੈਡੀਸ਼ਨ ਪੈਣੀ ਚਾਹੀਦੀ ਆ। ਤੇ ਉਹੀ ਹੈ ਕਿ ਜਿਹੜਾ ਵੀ ਸਾਡੀ ਮਦਦ ਕਰਨ ਆਇਆ ਉਹ ਵੱਖਵਾਦੀ, ਨਕਸਲੀ, ਖਾਲਿਸਤਾਨੀ, ਮਨਦੀਪ ਪੁਨੀਆ, ਦਿਸ਼ਾ ਰਵੀ, ਅਜੇ ਬਹੁਤ ਨਾਮ ਨੇ। ਲਿਸਟ ਕੱਲੀ ਲੰਬੀ ਨਹੀਂ ਹੈ, ਹੈਰਾਨ ਕਰਨ ਵਾਲੀ ਵੀ ਹੈ, ਝੰਜੋੜਨ ਵਾਲੀ ਵੀ ਹੈ। ਵੀ ਅਜਿਹੇ ਇੱਕ 22 ਸਾਲ ਦੀ ਮਾਸੂਮ ਕੁੜੀ ਨੂੰ ਤੁਸੀਂ ਚੱਕ ਕੇ ਸੈਡੀਸ਼ਨ 'ਚ ਪਾ ਰਹੇ ਹੋ, ਜਿਹੜੀ ਇੰਡੀਆ ਨੂੰ ਕੰਟਰੀਬਿਊਟ ਕਰ ਰਹੀ ਸੀ। ਜਿਹੜੇ এনवायरमेंटल ਐਕਟਿਵਿਸਟ ਸੀਗੇ, ਗ੍ਰੇਟਾ ਥਨਬਰਗ ਵਰਗੇ, ਜਿਨ੍ਹਾਂ ਦੇ ਚੈਪਟਰਸ ਪੜ੍ਹਾ ਰਹੇ ਹੋ ਆਪਦੇ ਹਿਊਮਨ ਰਾਈਟਸ, ਜਦੋਂ ਤੁਹਾਡੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ ਗੱਲ ਕਰਨ ਲੱਗੇ ਤਾਂ ਤੁਸੀਂ ਆਪਣੇ ਹੀ ਸਿਟੀਜ਼ਨਸ ਨੂੰ ਚੱਕ ਕੇ ਸੈਡੀਸ਼ਨ 'ਚ ਫਰੇਮ ਕਰਤਾ। ਸੱਚ ਤੋਂ ਸ਼ੁਰੂ ਹੋਏ ਸੀ, ਹੋਰ ਦੱਸਦਾ। ਇਹ ਚੱਲ ਰਿਹਾ ਨਾਲ ਕਿੱਸਾ ਨਾਲ ਮੈਂ ਡਿਸਕ੍ਰਾਈਬ ਕਰੀ ਜਾ ਰਿਹਾ। ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਖੁੱਸਿਆ ਸੀ ਨਾ, ਤਾਂ ਗੁਲਾਬ ਸਿੰਘ ਡੋਗਰੇ ਵਰਗਿਆਂ ਨੇ ਦਲਾਲੀ ਕਰਕੇ ਕਸ਼ਮੀਰ ਖਰੀਦ ਲਿਆ ਸੀ। ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਤੁਸੀਂ ਕਹਿ ਰਹੇ ਹੋ ਇਸ ਵੇਲੇ ਪੋਲੀਟੀਕਲੀ ਫਾਇਦੇ ਲੈ ਰਹੇ ਨੇ। ਤੇ ਮੈਂ ਲਿਖਿਆ ਕਿ ਸਾਡੇ ਮੋਰਚੇ 'ਚ ਵੀ ਬਥੇਰੇ ਡੋਗਰੇ ਨੇ ਤੇ ਦਲਾਲੀ ਹਲੇ ਵੀ ਜਾਰੀ ਹੈ। ਬਥੇਰੇ ਡੋਗਰੇ ਵੜ ਚੁੱਕੇ ਨੇ ਸਾਡੇ ਮੋਰਚੇ ਵਿੱਚ ਵੀ। ਫੌਜਾਂ ਜਿੱਤ ਕੇ ਅੰਤ ਨੂੰ ਹਾਰ ਨਾ ਜਾਣ ਦੀ ਇੱਕ ਚੇਤਨਾ ਤੇ ਸਭ ਕੁਝ ਛੱਡ ਰਿਹਾ, ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਸ਼ਾਹ ਮੁਹੰਮਦ ਨੂੰ, ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਉਸ ਵੇਲੇ ਵੀ ਦਲਾਲੀ ਸੀ, ਇੱਧਰੋਂ ਦੀ ਫੌਜਾਂ ਭੇਜ ਦਿੱਤੀਆਂ ਗਈਆਂ, ਉੱਧਰੋਂ ਦੀ ਖਬਰ ਕਰ ਦਿੱਤੀ ਗਈ, ਤੇ ਜਿਹੜੇ ਮਰਜੀਵੜੇ ਸੀਗੇ, ਜੂਝਦੇ ਹਾਰ ਗਏ, ਤੇ ਆਪਣਿਆਂ ਦੀ ਦਲਾਲੀ ਕਰਕੇ ਹਾਰ ਗਏ। ਤੇ ਉੱਥੇ ਲਿਖਿਆ ਫਿਰ ਕਿ ਦੇਖ ਬੈਠਾ ਹਾਂ ਮੈਂ ਜੰਗਲ ਨੂੰ ਵੱਢ ਰਹੀ ਕੁਹਾੜੀ ਵਿੱਚ ਆਪਣੇ ਹੀ ਰੁੱਖ ਦੀ ਲੱਕੜ। ਪਰ ਅਸੀਂ ਜਦੋਂ ਵੀ ਗੱਲ ਕਰਦੇ ਹਾਂ, ਅਸੀਂ ਚੜ੍ਹਦੀ ਕਲਾ ਦੇ ਵਾਰਸਾਂ, ਤੇ ਚੜ੍ਹਦੀ ਕਲਾ ਦੇ ਵਿੱਚ ਹੀ ਜਾਣਾ ਹੈ। ਅਸੀਂ ਟਹਿੰਦੀ ਕਲਾ 'ਚ ਅਸੀਂ ਰੁਕ ਨਹੀਂ ਸਕਦੇ। ਇੱਕ ਚੇਤਨਾ ਜ਼ਰੂਰ ਦਿੱਤੀ ਹੈ, ਬਟ ਚੜ੍ਹਦੀ ਕਲਾ ਦੀ ਅਰਦਾਸ ਜਾਰੀ ਹੈ, ਸਿਦਕ ਜਾਰੀ ਹੈ, ਯਕੀਨ ਜਾਰੀ ਹੈ। ਯਕੀਨ ਤੋਂ ਸ਼ੁਰੂ ਕੀਤਾ ਸੀ, ਯਕੀਨ ਤੇ ਹੀ ਖ਼ਤਮ ਕਰ ਰਹੇ ਹਾਂ। ਤੇ ਯਕੀਨ ਦੇ ਨਾਲ ਹੀ ਇੰਨੀ ਗੱਲ ਹੈ ਕਿ ਹਾਲੇ ਇਨਸਾਫ ਦੀ ਜੰਗ ਜਾਰੀ ਹੈ। ਜਿਹੜਾ ਇਨਸਾਫ ਅਸੀਂ ਦੇਖ ਰਹੇ ਹਾਂ ਉਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਉਹ ਦਾ ਨਾਨਾਵਤੀ ਕਮਿਸ਼ਨ ਪੈਂਡਿੰਗ ਹੈ, ਜਿਹੜਾ ਇੱਕ ਜੁਡੀਸ਼ੀਅਲ ਕਮਿਸ਼ਨ ਬਹਿ ਗਿਆ, ਉਹਦੇ ਬੰਦੇ ਹਾਲੇ ਤੱਕ ਆਜ਼ਾਦ ਘੁੰਮੀ ਜਾਂਦੇ ਨੇ। ਤੇ ਆਪਾਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ, ਕਿਉਂਕਿ ਦਲਾਲ ਹਰ ਥਾਂ 'ਤੇ ਨੇ, ਤੇ ਉਹ ਹਾਈ ਰੈਂਕਸ 'ਤੇ ਬੈਠੇ ਨੇ, ਜਿਹਨੂੰ ਆਪਾਂ ਪੋਲੀਟੀਕਲ ਸਟੂਜ ਕਹਿ ਦਿੰਦੇ ਹਾਂ, ਉਹ ਹਰ ਥਾਂ 'ਤੇ ਨੇ। ਤੇ ਉਹ ਕੁਛ ਇੱਥੇ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਗੱਲ ਕੀਤੀ। ਧੰਨਵਾਦ ਜੀ। ਸੋ ਗੁਰਮੋਹਨ ਨਾਲ ਗੱਲਬਾਤ ਕਰ ਰਹੇ ਸੀਗੇ। ਮੁੱਕਦੀ ਗੱਲ ਇਹ ਹੈ ਵੀ ਫੌਜਾਂ ਕਿਤੇ ਜਿੱਤ ਕੇ ਆਖਰ ਹਾਰ ਨਾ ਜਾਣ। ਚੇਤਨਤਾ ਬਹੁਤ ਜ਼ਰੂਰੀ, ਜਿਹੜੀ ਕਿ ਜਾਰੀ ਰਹੇ, ਪਹਿਲੇ ਦਿਨ ਤੋਂ ਹੀ ਜਾਰੀ ਹੈ ਕਿਸਾਨ ਮੋਰਚੇ ਦੇ ਨਾਲ, ਤੇ ਚੇਤਨਤਾ ਤੇ ਪਹਿਰਾ ਦੇਣ ਦੀ ਸਖਤ ਲੋੜ, ਤਾਂ ਜੋ ਜਿਹੜਾ ਰਾਜੀਵ ਤੇ ਲੌਂਗੋਵਾਲ ਸਮਝੌਤੇ 'ਚ ਜਿਸ ਤਰੀਕੇ ਪੰਜਾਬ ਨੇ ਦਗਾ ਖਾਧਾ, ਕਿਤੇ ਊਂ ਹੀ ਕਿਸਾਨ ਦਗਾ ਨਾ ਖਾਣ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।